ਤਰ੍ਹਾਂ ਹੀ ਲੋਕਡਾਊਨ ਸ਼ੁਰੂ ਹੋਇਆ ਨਾਲ ਦੀ ਨਾਲ ਅਸੀਂ ਬੱਚਿਆਂ ਦੀ ਬਿਨਾਂ ਕੋਈ ਸਮਾਂ ਗਵਾਏ ਅਸੀਂ ਉਹਨਾਂ ਦਾ ਬੱਚਿਆਂ ਨੂੰ ਟ੍ਰੇਨਿੰਗ ਜਿਹੜੀ ਪੜ੍ਹਾਈ ਸੀਗੀ ਬਾਕੀ ਦਾ ਜਿਹੜਾ ਸਿਲੇਬਸ ਬਚ ਗਿਆ ਸੀਗਾ ਅਸੀਂ ਆਨਲਾਈਨ ਐਜੂਕੇਸ਼ਨ ਦੁਆਰਾ ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕਰਤਾ। ਆਫਲਾਈਨ ਕਲਾਸ ਹੈ ਜਾਂ ਫਿਜ਼ੀਕਲ ਕਲਾਸਰੂਮ ਹੈ ਉਹਦੇ ਸਭ ਤੋਂ ਵੱਡਾ ਤਾਂ ਉਹਦਾ ਇਹ ਹੁੰਦਾ ਕਿ ਤੁਸੀਂ ਸਟੂਡੈਂਟ ਤੇ ਜਿਹੜਾ ਟੀਚਰ ਹੈ ਉਹ ਫੇਸ ਟੂ ਫੇਸ ਉਹਨਾਂ ਦੀ ਆਪਸ ਦੇ ਵਿੱਚ ਇੰਟਰੈਕਸ਼ਨ ਹੁੰਦੀ ਹੈ, ਦੋਵੇਂ ਪਾਸੇ ਗੱਲਬਾਤ ਕਰ ਸਕਦੇ ਹੈਗੇ। ਪਿਛਲੇ ਕਈ ਸਾਲਾਂ ਤੋਂ ਜਿਹੜੀਆਂ ਫੋਰਨ ਦੀਆਂ ਯੂਨੀਵਰਸਿਟੀਜ਼ ਆ ਉਹ ਆਨਲਾਈਨ ਐਜੂਕੇਸ਼ਨ ਨਾਲ ਲੱਗੀਆਂ ਹੋਈਆਂ ਸੀ ਤੇ ਸਿਰਫ ਕੋਵਿਡ ਦਾ ਇੱਕ ਸਾਡਾ ਇੱਕ ਕਾਰਨ ਬਣ ਗਿਆ ਜਿਸ ਨਾਲ ਅਸੀਂ ਆਨਲਾਈਨ ਐਜੂਕੇਸ਼ਨ ਸ਼ੁਰੂ ਕਰਤੀ। ਅਦਰਵਾਈਜ਼ ਵੀ ਅਸੀਂ ਜਿਹੜੇ ਆਨਲਾਈਨ ਐਜੂਕੇਸ਼ਨ ਵੈਸੇ ਵੀ ਅਸੀਂ ਸ਼ੁਰੂ ਕਰਨ ਵਾਲੇ ਸੀਗੇ। ਜਿਹੜੇ ਫਿਜ਼ੀਕਲੀ ਸਾਡੇ ਕੋਲ ਨਹੀਂ ਆ ਸਕਦੇ ਹੈਗੇ ਕਿਸੇ ਨਾ ਕਿਸੇ ਕਾਰਨ, ਬਟ ਆਨਲਾਈਨ ਐਜੂਕੇਸ਼ਨ ਦੇ ਥਰੂ ਅਸੀਂ ਇੱਕ ਤੋਂ ਜ਼ਿਆਦਾ ਬੰਦਿਆਂ ਨਾਲ ਜਿਹੜਾ ਹੈ ਉਹ ਬੱਚਿਆਂ ਦਾ ਇੰਟਰੈਕਸ਼ਨ ਕਰਵਾ ਸਕਦੇ ਹਾਂ। ਇਸ ਦੇ ਵਿੱਚ ਬੱਚਾ ਆਪ ਵੀ ਜਿਹੜਾ ਇੰਟਰੈਕਟ ਕਰ ਸਕਦਾ ਹੈ। ਇੰਸਟੀਚਿਊਟ ਇਹ ਚੀਜ਼ਾਂ ਕਰ ਰਹੇ ਨੇ, ਸਾਰੇ ਇੰਸਟੀਚਿਊਟ ਨੇ ਅਪਣਾ ਲਈਆਂ ਨੇ। ਸਿਟੀ ਯੂਨੀਵਰਸਿਟੀ ਕੀ ਵੱਖਰਾ ਕਰ ਰਹੀ ਹੈ ਵਿਦਿਆਰਥੀ ਦੇ ਇਸ ਸਮੇਂ ਨੂੰ ਉਪਯੋਗੀ ਬਣਾਉਣ ਦੇ ਲਈ? ਆਨਲਾਈਨ ਐਜੂਕੇਸ਼ਨ ਇਸ ਵਕਤ ਵਿਦਿਆਰਥੀ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਦੇ ਰਹੀ ਹੈ ਤੇ ਖਾਸ ਕਰਕੇ ਵਿਦਿਆਰਥੀ ਦਾ ਸਮਾਂ ਆ ਜੋ ਵਿਅਰਥ ਨਹੀਂ ਜਾ ਰਿਹਾ। ਸੋ ਅਸੀਂ ਇਸ ਵਕਤ ਸਿਟੀ ਯੂਨੀਵਰਸਿਟੀ 'ਚ ਬੈਠੇ ਹਾਂ, ਸਾਡੇ ਨਾਲ ਅਕੈਡਮਿਕਸ ਡੀਨ ਨੇ ਸਰਦਾਰ ਗੁਰਵਿੰਦਰ ਸਿੰਘ ਬਖਸ਼ੀ ਜੀ, ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਕਿ ਕਿਸ ਤਰੀਕੇ ਨਾਲ ਯੂਨੀਵਰਸਿਟੀ ਹੈ ਜੋ ਆਨਲਾਈਨ ਐਜੂਕੇਸ਼ਨ ਨੂੰ ਤਰਜੀਹ ਦੇ ਰਹੀ ਹੈ ਤੇ ਭਵਿੱਖ ਦੇ ਵਿੱਚ ਯਾਨੀ ਕਿ ਜਾਂ ਫਿਰ ਇਸ ਤੋਂ ਬਾਅਦ ਵਰਤਮਾਨ ਸਮੇਂ ਦੀ ਗੱਲ ਕੀਤੀ ਜਾਵੇ ਕਿੰਨਾ ਕੁ ਰੋਲ ਅਦਾ ਕਰ ਰਹੀ ਹੈ ਸਿੱਖਿਆ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਬਖਸ਼ੀ ਸਾਹਿਬ, ਕਿਵੇਂ ਦੇਖੀਏ ਪਹਿਲਾਂ ਤਾਂ ਇਸ ਵਕਤ ਜੋ ਸਥਿਤੀ ਹੈ ਕੋਵਿਡ ਕਰਕੇ ਵਿਦਿਆਰਥੀ ਦਾ ਸਮਾਂ ਵਿਅਰਥ ਨਹੀਂ ਹੋਣਾ ਚਾਹੀਦਾ ਤੇ ਆਨਲਾਈਨ ਐਜੂਕੇਸ਼ਨ ਕਿੰਨਾ ਕੁ ਜ਼ਿਆਦਾ ਯੋਗਦਾਨ ਦੇ ਰਹੀ ਹੈ ਇਸ ਚੀਜ਼ ਦੇ ਵਿੱਚ? ਆਨਲਾਈਨ ਐਜੂਕੇਸ਼ਨ ਦਾ ਯੋਗਦਾਨ ਇਸ ਸਮੇਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਇਹਦਾ ਯੋਗਦਾਨ ਹੈ। ਜੇ ਦੇਖੀਏ ਤਾਂ ਜਦੋਂ ਕੋਵਿਡ ਦਾ ਪ੍ਰੋਬਲਮ ਆਈ ਤਾਂ ਉਸ ਵਕਤ ਜਿਹੜੇ ਵਿਦਿਆਰਥੀ ਸੀ, ਈਵਨ ਵਿਦਿਅਕ ਅਦਾਰੇ ਵੀ ਸੀ, ਉਹਨਾਂ ਦੇ ਬੱਚਿਆਂ ਦੇ ਜਿਹੜੇ ਪੇਰੈਂਟਸ ਵੀ ਹੋਰ ਸਾਰੇ ਚਿੰਤਤ ਹੋ ਗਏ ਸੀਗੇ ਕਿ ਇਹ ਜਦੋਂ ਸਿਚੁਏਸ਼ਨ ਆ ਗਈ, ਲੋਕਡਾਊਨ ਹੋ ਗਿਆ ਤਾਂ ਇਸ ਸਥਿਤੀ ਨੂੰ ਕਿਸ ਤਰ੍ਹਾਂ ਨਜਿੱਠਿਆ ਜਾਏਗਾ, ਕਿਉਂਕਿ ਬੱਚਿਆਂ ਦੀ ਪੜ੍ਹਾਈ ਜਿਹੜੀ ਸੀਗੀ ਉਹ ਅੱਧ ਵਿਚਕਾਰ ਲਟਕ ਰਹੀ ਸੀਗੀ। ਬਟ ਟੈਕਨੋਲੋਜੀ ਕਰਕੇ ਸਿਟੀ ਯੂਨੀਵਰਸਿਟੀ ਨੇ ਇਸ ਦੀਆਂ ਬੜੀਆਂ ਪ੍ਰੋਗਰੈਸਿਵ ਜਿਹੜੀਆਂ ਪਾਲਿਸੀਜ਼ ਕਰਕੇ ਅਸੀਂ ਬਹੁਤ ਜਲਦੀ ਇਹਦਾ ਫੈਸਲਾ ਲਿੱਤਾ। ਜਿਸ ਤਰ੍ਹਾਂ ਹੀ ਲੋਕਡਾਊਨ ਲੱਗਿਆ ਅਸੀਂ ਆਨਲਾਈਨ ਐਜੂਕੇਸ਼ਨ ਦੇ ਉੱਤੇ ਸਵਿਚ ਕਰ ਲਿਆ। ਇਸ ਤੋਂ ਪਹਿਲਾਂ ਵੀ ਸਾਡੀ ਪਾਲਿਸੀ ਬਣ ਰਹੀ ਸੀ ਕਿ ਅਸੀਂ ਆਨਲਾਈਨ ਐਜੂਕੇਸ਼ਨ ਵੱਲ ਸਵਿਚ ਕਰੀਏ ਤੇ ਆਨਲਾਈਨ ਐਜੂਕੇਸ਼ਨ ਲਈ ਅਸੀਂ ਕੁਝ ਵਿਸ਼ੇਸ਼ ਉਪਰਾਲੇ ਕੀਤੇ। ਅਸੀਂ ਇੱਕ ਅਪਗ੍ਰੇਡ ਨਾਮ ਦਾ ਇੱਕ ਅਸੀਂ ਜਿਹੜਾ ਲਰਨਿੰਗ ਮੈਨੇਜਮੈਂਟ ਸਿਸਟਮ ਹੈਗਾ ਉਹ ਅਸੀਂ ਇੱਥੇ ਯੂਨੀਵਰਸਿਟੀ ਦੇ ਵਿੱਚ ਉਹਨੂੰ ਇੰਪਲੀਮੈਂਟ ਕੀਤਾ। ਆਪਣੇ ਟੀਚਰਸ ਨੂੰ ਉਹਦੇ ਬਾਰੇ ਪੂਰੀ ਸਿਖਲਾਈ ਦਿੱਤੀ ਤੇ ਬਹੁਤ ਜਲਦੀ ਜਿਸ ਤਰ੍ਹਾਂ ਹੀ ਲੋਕਡਾਊਨ ਸ਼ੁਰੂ ਹੋਇਆ ਨਾਲ ਦੀ ਨਾਲ ਅਸੀਂ ਬੱਚਿਆਂ ਦੀ ਬਿਨਾਂ ਕੋਈ ਸਮਾਂ ਗਵਾਏ ਅਸੀਂ ਉਹਨਾਂ ਦਾ ਬੱਚਿਆਂ ਨੂੰ ਟ੍ਰੇਨਿੰਗ ਜਿਹੜੀ ਪੜ੍ਹਾਈ ਸੀਗੀ ਬਾਕੀ ਦਾ ਜਿਹੜਾ ਸਿਲੇਬਸ ਬਚ ਗਿਆ ਸੀਗਾ ਅਸੀਂ ਆਨਲਾਈਨ ਐਜੂਕੇਸ਼ਨ ਦੁਆਰਾ ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕਰਤਾ। ਜੇਕਰ ਗੱਲ ਕੀਤੀ ਜਾਵੇ ਆਨਲਾਈਨ ਐਜੂਕੇਸ਼ਨ ਦੀ ਜਾਂ ਫਿਜ਼ੀਕਲ ਐਜੂਕੇਸ਼ਨ ਦੀ, ਦੋਵਾਂ ਦੇ ਵਿੱਚ ਬੜਾ ਵੱਡਾ ਅੰਤਰ ਹੈ। ਇੱਕ ਜਗ੍ਹਾ ਤੇ ਜਿੱਥੇ ਵਿਦਿਆਰਥੀ ਖੁਦ ਬਹਿ ਕੇ ਕਈ ਬੱਚਿਆਂ ਦੇ ਵਿੱਚ ਬਹਿ ਕੇ ਪੜ੍ਹਦਾ ਆ, ਆਨਲਾਈਨ ਕਹਿ ਦਈਏ ਇੱਕ ਵਿਦਿਆਰਥੀ ਕਿਸੇ ਵੀ ਸਮੇਂ ਪੜ੍ਹ ਸਕਦਾ ਆ। ਸੋ ਕਿਹੜੇ ਅੰਤਰ ਨੇ ਤੇ ਕਿਸ ਤਰੀਕੇ ਨਾਲ ਉਹ ਜਿਹੜੇ ਅੰਤਰ ਨੇ ਜਾਂ ਜੋ ਵਖਰੇਵੇਂ ਨੇ ਉਹਨਾਂ ਦਾ ਲਾਭ ਚੱਕਿਆ ਜਾ ਸਕਦਾ ਹੈ? ਹਾਂਜੀ ਸਰ, ਫਿਜ਼ੀਕਲ ਐਜੂਕੇਸ਼ਨ ਜਿਹੜੀ ਆਫਲਾਈਨ ਕਲਾਸ ਹੈ ਜਾਂ ਫਿਜ਼ੀਕਲ ਕਲਾਸਰੂਮ ਹੈ ਉਹਦੇ ਸਭ ਤੋਂ ਵੱਡਾ ਤਾਂ ਉਹਦਾ ਇਹ ਹੁੰਦਾ ਕਿ ਤੁਸੀਂ ਸਟੂਡੈਂਟ ਤੇ ਜਿਹੜਾ ਟੀਚਰ ਹੈ ਉਹ ਫੇਸ ਟੂ ਫੇਸ ਉਹਨਾਂ ਦੀ ਆਪਸ ਦੇ ਵਿੱਚ ਇੰਟਰੈਕਸ਼ਨ ਹੁੰਦੀ ਹੈ, ਦੋਵੇਂ ਪਾਸੇ ਗੱਲਬਾਤ ਕਰ ਸਕਦੇ ਹੈਗੇ ਤੇ ਜਿਹੜਾ ਸਵਾਲ ਜਵਾਬ ਹੋ ਸਕਦੇ ਹੈਗੇ ਆ। ਆਨਲਾਈਨ ਦੇ ਵਿੱਚ ਕੁਝ ਪ੍ਰੋਬਲਮਸ ਹੈਗੀਆਂ ਬਟ ਜੇ ਅਸੀਂ ਦੇਖਿਆ ਜਾਏ ਪਿਛਲੇ ਕਈ ਸਾਲਾਂ ਤੋਂ ਜਿਹੜੀਆਂ ਫੋਰਨ ਦੀਆਂ ਯੂਨੀਵਰਸਿਟੀਜ਼ ਆ ਉਹ ਆਨਲਾਈਨ ਐਜੂਕੇਸ਼ਨ ਨਾਲ ਲੱਗੀਆਂ ਹੋਈਆਂ ਸੀ ਤੇ ਸਿਰਫ ਕੋਵਿਡ ਦਾ ਇੱਕ ਸਾਡਾ ਇੱਕ ਕਾਰਨ ਬਣ ਗਿਆ ਜਿਸ ਨਾਲ ਅਸੀਂ ਆਨਲਾਈਨ ਐਜੂਕੇਸ਼ਨ ਸ਼ੁਰੂ ਕਰਤੀ। ਅਦਰਵਾਈਜ਼ ਵੀ ਅਸੀਂ ਜਿਹੜੇ ਆਨਲਾਈਨ ਐਜੂਕੇਸ਼ਨ ਵੈਸੇ ਵੀ ਅਸੀਂ ਸ਼ੁਰੂ ਕਰਨ ਵਾਲੇ ਸੀਗੇ ਜੇ ਕੋਵਿਡ ਨਾ ਵੀ ਆਉਂਦਾ ਤਾਂ। ਆਨਲਾਈਨ ਦੇ ਆਪਣੇ ਫਾਇਦੇ ਹਨ। ਆਨਲਾਈਨ ਐਜੂਕੇਸ਼ਨ ਦੇ ਵਿੱਚ ਦੋ ਬੜੇ ਵਧੀਆ ਕੰਸੈਪਟ ਹੈਗੇ ਆ। ਇੱਕ ਤਾਂ ਬਲੈਂਡਡ ਐਜੂਕੇਸ਼ਨ ਦਾ ਕੰਸੈਪਟ ਹੈ, ਇੱਕ ਫਲਿਪਡ ਕਲਾਸਰੂਮ ਦਾ ਕੰਸੈਪਟ ਹੈ। ਫਲਿਪਡ ਕਲਾਸਰੂਮ ਦਾ ਕੰਸੈਪਟ ਇਹ ਹੈ ਕਿ ਤੁਸੀਂ ਵਿਦਿਆਰਥੀ ਨੂੰ ਜਿਹੜਾ ਚੈਪਟਰ ਦਾ ਕਿਸੇ ਵੀ ਟੌਪਿਕ ਦਾ ਜਿਹੜਾ ਓਵਰਵਿਊ ਪਹਿਲਾਂ ਦੇ ਸਕਦੇ ਹੋ ਜਦੋਂ ਬੱਚਾ ਘਰ ਬੈਠਾ ਹੈਗਾ। ਉਸ ਤੋਂ ਬਾਅਦ ਜਿਹੜੀ ਹੈਂਡਸ ਡਾਊਨ ਪ੍ਰੈਕਟਿਸ ਹੈ ਜਾਂ ਪ੍ਰੈਕਟੀਕਲਸ ਹੈ, ਜਦੋਂ ਬੱਚਾ ਤੁਹਾਡੇ ਕੈਂਪਸ ਦੇ ਵਿੱਚ ਆ ਜਾਂਦਾ ਹੈਗਾ ਤਾਂ ਉਹਨੂੰ ਉਹ ਬੜਾ ਵਿਸ਼ੇਸ਼ ਸਮਾਂ ਹੁੰਦਾ ਹੈਗਾ। ਉਹ ਸਮਾਂ ਅਸੀਂ ਯੋਗ ਤਰੀਕੇ ਨਾਲ ਹੈਂਡਸ ਡਾਊਨ ਪ੍ਰੈਕਟਿਸ ਜਾਂ ਪ੍ਰੈਕਟੀਕਲ ਦੇ ਰੂਪ ਦੇ ਵਿੱਚ ਕਰਵਾ ਸਕਦੇ ਹਾਂ। ਔਰ ਉਸ ਦੂਸਰਾ ਹੈਗਾ ਬਲੈਂਡਡ ਕਲਾਸਰੂਮ ਹੈ ਜਿਸ 'ਚ ਅਸੀਂ ਬੱਚਾ ਵੀ ਜਿਹੜਾ ਹੈਗਾ ਕਲਾਸ ਪਾਰਟੀਸਿਪੇਟ ਕਰ ਸਕਦਾ ਹੈ। ਦੂਜੇ ਹੋਰ ਰਿਸੋਰਸ ਪਰਸਨਸ ਜਿਹੜੇ ਹੈਗੇ ਆ ਜਿਹੜੇ ਫਿਜ਼ੀਕਲੀ ਸਾਡੇ ਕੋਲ ਨਹੀਂ ਆ ਸਕਦੇ ਹੈਗੇ ਕਿਸੇ ਨਾ ਕਿਸੇ ਕਾਰਨ, ਬਟ ਆਨਲਾਈਨ ਐਜੂਕੇਸ਼ਨ ਦੇ ਥਰੂ ਅਸੀਂ
ਇੱਕ ਤੋਂ ਜ਼ਿਆਦਾ ਬੰਦਿਆਂ ਨਾਲ ਜਿਹੜਾ ਹੈ ਉਹ ਬੱਚਿਆਂ ਦਾ ਇੰਟਰੈਕਸ਼ਨ ਕਰਵਾ ਸਕਦੇ ਹਾਂ। ਇਸ ਦੇ ਵਿੱਚ ਬੱਚਾ ਆਪ ਵੀ ਜਿਹੜਾ ਇੰਟਰੈਕਟ ਕਰ ਸਕਦਾ ਹੈ। ਸੋ ਇਹ ਜਿਹੜੇ ਮੇਜਰ ਇਹਦੇ ਫਾਇਦੇ ਹਨ। ਦੂਸਰਾ, ਜਿਸ ਤਰ੍ਹਾਂ ਦੇ ਕੋਵਿਡ ਦੇ ਹਾਲਾਤ ਹੋ ਗਏ ਸੀ, ਸਾਡੇ ਕੋਲ ਕੋਈ ਹੋਰ ਚਾਰਾ ਹੀ ਨਹੀਂ ਸੀਗਾ। ਬਾਕੀ ਵਿੱਦਿਅਕ ਅਦਾਰਿਆਂ ਦੀ ਗੱਲ ਕਰੀਏ, ਉਹਨਾਂ ਕੋਲ ਵੀ ਕੋਈ ਚਾਰਾ ਨਹੀਂ ਸੀਗਾ। UGC ਨੇ ਔਰ ਮਿਨਿਸਟਰੀ ਆਫ ਹਿਊਮਨ ਰਿਸੋਰਸ ਨੇ ਵੀ ਸਾਨੂੰ ਇਹੀ ਰეკਮੈਂਡੇਸ਼ਨਸ ਕੀਤੀਆਂ ਸੀਗੀਆਂ, ਤੁਸੀਂ ਆਨਲਾਈਨ ਤੇ ਉੱਤੇ ਸਵਿਚ ਕਰ ਜਾਓ। ਤਾਂ ਇਸ ਸਮੇਂ ਦੇ ਵਿੱਚ ਇਹੀ ਇੱਕ ਸਭ ਤੋਂ ਵੱਡਾ ਜਿਹੜਾ ਯੋਗ ਕਦਮ ਸੀਗਾ, ਜਿਹੜਾ ਅਸੀਂ ਨਾਲੋਂ ਨਾਲ ਅਸੀਂ ਚੱਕਿਆ, ਅਤੇ ਇਸ ਦਾ ਜਿਹੜਾ ਹੁੰਗਾਰਾ ਮਿਲਿਆ, ਅਸੀਂ ਇਹਦੀ ਪ੍ਰੋਪਰ ਫੀਡਬੈਕ ਲਿੱਤੀ, ਪੇਰੈਂਟਸ ਨਾਲ ਗੱਲਬਾਤ ਕੀਤੀ, ਬੱਚਿਆਂ ਨਾਲ ਪ੍ਰੋਪਰ ਅਸੀਂ ਇਸ ਦਾ ਜਿਹੜਾ ਉਹਨਾਂ ਦਾ ਰਿਐਕਸ਼ਨ ਦਿੱਤਾ, ਉਹ ਬਹੁਤ ਵਧੀਆ ਸੀਗਾ। ਟੀਚਰਸ ਨੇ ਵੀ ਬਹੁਤ ਜਲਦੀ ਤਰੀਕੇ ਨਾਲ ਆਪਣੇ ਆਪ ਨੂੰ ਇਹਦੇ 'ਚ ਢਾਲਿਆ, ਕਿਉਂਕਿ ਆਨਲਾਈਨ ਕਲਾਸਿਸ ਲਈ ਕੁਝ ਖਾਸ ਤਰ੍ਹਾਂ ਦੀ ਤਿਆਰੀ, ਕੁਝ ਪ੍ਰੋਫੈਸ਼ਨਲ ਵੇ ਇੱਕ ਚਾਹੀਦਾ ਹੁੰਦਾ ਹੈ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨ ਦਾ, ਲੈਕਚਰ ਦੇਣ ਦਾ। ਅਸੀਂ ਬਹੁਤ ਜਲਦੀ ਉਸ ਤਰੀਕੇ ਨੂੰ ਅਸੀਂ ਅਪਣਾਇਆ ਤੋਂ ਡਿਲੀਵਰ ਵੀ ਕੀਤਾ, ਔਰ ਉਸ ਦੀ ਸਾਨੂੰ ਹਰ ਪੱਖੋਂ ਭਾਵੇਂ ਵਿਦਿਆਰਥੀ, ਪੇਰੈਂਟਸ ਹੋ ਜਾਣ ਜਾਂ ਹੋਰ ਸਟੇਕ ਹੋਲਡਰਸ ਸਾਡੇ ਜਿੰਨੇ ਵੀ ਹੈਗੇ, ਉਹਨਾਂ ਨੇ ਇਹਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ ਜੀ। ਗੱਲ ਕਰ ਲਈਏ ਵੀ ਤੁਸੀਂ ਕਿਹਾ ਵੀ ਸਾਡੇ ਟੀਚਰਸ ਨੇ ਬੜੇ ਵਧੀਆ ਤਰੀਕੇ ਨਾਲ ਅਪਣਾਇਆ, ਤੇ ਕਿਉਂਕਿ ਪਹਿਲਾਂ ਟੀਚਰਸ ਨੂੰ ਤਿਆਰੀ ਕਰਨੀ ਪੈਂਦੀ ਸੀ, ਕਿਉਂਕਿ ਇੱਕ ਬੜਾ ਵੱਖਰਾ ਹੋ ਗਿਆ ਸਾਰਾ ਕੁਝ, ਸਥਿਤੀ ਬਦਲ ਗਈ, ਉਲਟ ਪੁਲਟ ਹੋ ਗਿਆ ਸਿਸਟਮ। ਸੋ ਜੇਕਰ ਇਸ ਵਕਤ ਸਿਟੀ ਯੂਨੀਵਰਸਿਟੀ ਦੀ ਗੱਲ ਕਰ ਲਈਏ, ਬੇਸ਼ੱਕ ਬਾਕੀ ਇੰਸਟੀਚਿਊਟ ਇਹ ਚੀਜ਼ਾਂ ਕਰ ਰਹੇ ਨੇ, ਸਾਰੇ ਇੰਸਟੀਚਿਊਟ ਨੇ ਅਪਣਾ ਲਈਆਂ ਨੇ, ਸਿਟੀ ਯੂਨੀਵਰਸਿਟੀ ਕੀ ਵੱਖਰਾ ਕਰ ਰਹੀ ਹੈ ਵਿਦਿਆਰਥੀ ਦੇ ਇਸ ਸਮੇਂ ਨੂੰ ਉਪਯੋਗੀ ਬਣਾਉਣ ਦੇ ਲਈ? ਹਾਂਜੀ ਸਰ, ਕੁਝ ਚੀਜ਼ਾਂ ਹੈਗੀਆਂ ਜਿਨ੍ਹਾਂ 'ਚ ਸਿਟੀ ਯੂਨੀਵਰਸਿਟੀ ਨੇ ਪੂਰੇ ਭਾਰਤ ਦੇ ਵਿੱਚ ਕੁਝ ਪਹਿਲ ਕੀਤੀ ਹੈਗੀ ਆ, ਕੁਝ ਯੋਗ ਕਦਮ ਚੱਕੇ ਹਨ। ਸਭ ਤੋਂ ਪਹਿਲਾਂ ਤਾਂ ਜਿਹੜਾ ਅਸੀਂ ਇੱਕ ਬ੍ਰਿਜ ਪ੍ਰੋਗਰਾਮ ਸ਼ੁਰੂ ਕੀਤਾ, ਇਹ ਮੇਰੇ ਖਿਆਲ ਭਾਰਤ ਦੇ ਵਿੱਚ ਇੱਕ ਆਪਣੀ ਤਰ੍ਹਾਂ ਦਾ ਇੱਕ ਨਵੇਕਲਾ ਐਕਸਪੈਰੀਮੈਂਟ ਸੀਗਾ, ਔਰ ਸਾਡਾ ਬੜਾ ਸਕਸੈਸਫੁਲ ਰਿਹਾ। 2 ਸਮੈਸਟਰਸ ਦੇ ਵਿੱਚ ਬੱਚਾ ਫ੍ਰੀ ਸੀਗਾ, ਔਰ ਉਸ ਟਾਈਮ ਬੱਚੇ ਨੂੰ ਅਤੇ ਪੇਰੈਂਟਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਅਸੀਂ ਕਰੀਏ ਕੀ। ਬੱਚਾ ਘਰ ਤੋਂ ਬਾਹਰ ਨਹੀਂ ਸੀ ਜਾ ਰਿਹਾ ਕੋਵਿਡ ਕਰਕੇ, ਅਤੇ ਅਸੀਂ ਉਸ ਟਾਈਮ ਇੱਕ ਸਾਡੇ ਵਾਈਸ ਚਾਂਸਲਰ ਸਾਹਿਬ ਸਰਦਾਰ ਚਰਨਜੀਤ ਸਿੰਘ ਚੰਨੀ, ਸਾਡੇ ਵਾਈਸ ਚਾਂਸਲਰ ਡਾਕਟਰ ਹਰਸਰਦਾਵਰਤੀ, ਇਹਨਾਂ ਦੀ ਬੜੀ ਯੋਗ ਅਗਵਾਈ ਹੋਈ। ਅਸੀਂ ਬੈਠ ਕੇ ਵਿਚਾਰ ਵਟਾਂਦਰਾ ਕੀਤਾ, ਔਰ ਅਸੀਂ ਫਿਰ ਆਏ ਉਸ ਦੇ ਉੱਤੇ ਆਪਣੇ ਬ੍ਰਿਜ ਪ੍ਰੋਗਰਾਮ ਦੇ ਉੱਤੇ, ਔਰ ਬ੍ਰਿਜ ਪ੍ਰੋਗਰਾਮ ਨੂੰ ਅਸੀਂ 3 ਹਫ਼ਤੇ ਦਾ ਬ੍ਰਿਜ ਪ੍ਰੋਗਰਾਮ ਚਲਾਇਆ, ਔਰ ਬੜਾ ਸਕਸੈਸਫੁਲ ਰਿਹਾ। ਇਹ ਉਹ ਸਮਾਂ ਸੀਗਾ ਜਦੋਂ ਬੱਚੇ ਪਹਿਲਾ ਸਮੈਸਟਰ ਖਤਮ ਕਰ ਚੁੱਕੇ ਸੀਗੇ, ਨੈਕਸਟ ਸਮੈਸਟਰ ਹਾਲੇ ਸ਼ੁਰੂ ਹੋਣਾ ਸੀ, ਉਸ ਦੇ ਵਿੱਚ ਗਰਮੀਆਂ ਦੀ ਛੁੱਟੀਆਂ ਦਾ ਸਮਾਂ ਸੀਗਾ। ਉਸ ਸਮੇਂ ਨੂੰ ਉਹ ਕਿਸ ਤਰ੍ਹਾਂ ਆਪਣਾ ਕਿਸ ਤਰੀਕੇ ਨਾਲ ਉਹਦਾ ਫਾਇਦਾ ਉਠਾ ਸਕਦੇ ਸੀਗੇ, ਉਹ ਅਸੀਂ ਟੀਚਰਾਂ ਦੀ ਅਗਵਾਈ ਦੇ ਹੇਠ, ਐਕਸਪਰਟਸ ਦੀ ਅਗਵਾਈ ਦੇ ਹੇਠ ਉਹਨਾਂ ਨੂੰ ਕੁਝ ਪ੍ਰੋਜੈਕਟਸ ਦਿੱਤੇ, ਕੁਝ ਚੀਜ਼ਾਂ ਉਹਨਾਂ ਦੇ ਨਾਲ ਸ਼ੇਅਰ ਕੀਤੀਆਂ, ਔਰ ਉਹਨਾਂ ਨੇ ਉਹਦਾ ਭਰਪੂਰ ਫਾਇਦਾ ਉਠਾਇਆ। ਸੋ ਮੇਰਾ ਲਾਸਟ ਸਵਾਲ ਹੈ ਜੀ, ਇਸ ਵਕਤ ਭਵਿੱਖ ਦੇ ਵਿੱਚ ਚੁਣੌਤੀਆਂ ਹਜੇ ਹੋਰ ਆਉਣਗੀਆਂ, ਕਿਉਂਕਿ ਜਿਸ ਹਿਸਾਬ ਦੀ ਸਥਿਤੀ ਹੈ, ਜਿਸ ਹਿਸਾਬ 'ਤੇ ਕੰਡੀਸ਼ਨ ਸਾਡੇ ਸਾਹਮਣੇ ਖੜੀ ਹੋਈ, ਮੁਸ਼ਕਿਲਾਂ ਨੇ। ਸੋ ਮੁਸ਼ਕਿਲਾਂ ਨੂੰ ਵੇਖਦੇ ਹੋਏ ਜੇਕਰ ਅਸੀਂ ਕਿੰਨਾ ਹਿੱਸਾ ਪੜ੍ਹਾਈ ਦਾ ਜਿਹੜਾ ਮੇਰਾ ਥਿਓਰੀ ਤਾਂ ਬੰਦਾ ਆਨਲਾਈਨ ਕਰ ਹੀ ਸਕਦਾ ਸਾਰੇ, ਸੋ ਕੀ ਸੁਨੇਹਾ ਤੁਹਾਡਾ ਵਿਦਿਆਰਥੀਆਂ ਦੇ ਨੂੰ, ਕਿਉਂਕਿ ਭਵਿੱਖ ਤਾਂ ਜ਼ਰੂਰੀ ਹੈ ਬਣਾਉਣਾ, ਪੜ੍ਹਾਈ ਤੋਂ ਬਿਨਾਂ ਭਵਿੱਖ ਬਣਨਾ ਨਹੀਂ ਛੇਤੀ ਕਿਤੇ। ਸੋ ਪੜ੍ਹਾਈ ਨੂੰ ਕਿਵੇਂ ਮਤਲਬ ਇਸ ਵਕਤ ਕਿਹੜੇ ਸਾਧਨ ਵਰਤੇ ਜਾਣ, ਪੜ੍ਹਾਈ ਵੀ ਹੋ ਜਾਵੇ ਅਤੇ ਸਮਾਂ ਜਿਹੜਾ ਵਿਅਰਥ ਨਾ ਜਾਵੇ? ਬਿਲਕੁਲ, ਦੇਖੋ, ਅਸੀਂ ਆਨਲਾਈਨ ਐਜੂਕੇਸ਼ਨ ਦੇ ਥਰੂ ਅਸੀਂ ਬੱਚਿਆਂ ਨੂੰ ਸਾਰਾ ਸਟੱਡੀ ਮਟੀਰੀਅਲ ਪ੍ਰੋਵਾਈਡ ਕਰ ਰਹੇ ਹਾਂ। ਉਹਨਾਂ ਨੂੰ ਅਸੀਂ ਪਾਵਰ ਪੁਆਇੰਟ ਪ੍ਰੈਜੈਂਟੇਸ਼ਨਸ ਦੇ ਰਹੇ ਹਾਂ, ਉਹਨਾਂ ਨੂੰ ਅਸੀਂ ਕੁਝ ਜਿਹੜੇ ਆਪਣੇ ਵੱਲੋਂ ਸਾਡੇ ਟੀਚਰਸ ਨੇ ਮੋਨੋਗ੍ਰਾਫਸ ਆਪਣਾ ਸਟੱਡੀ ਮਟੀਰੀਅਲ ਤਿਆਰ ਕੀਤਾ, ਉਹ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ। ਬੱਚਿਆਂ ਦੇ ਲਈ ਸਪੈਸ਼ਲ ਸਾਡੇ ਜਿਹੜੇ ਕੁਝ ਸੈਸ਼ਨਸ ਹੁੰਦੇ ਆ, ਜਿੱਥੇ ਬੱਚਿਆਂ ਨੂੰ ਜਦੋਂ ਪ੍ਰੋਬਲਮ ਆਉਂਦੀ ਹੈ ਤਾਂ ਬੱਚੇ ਸਾਡੇ ਟੀਚਰਸ ਨੂੰ ਪੁੱਛਦੇ ਆ। ਤਾਂ ਹੁਣ ਵੀ ਜਿਹੜਾ ਇਸ ਵਕਤ ਵੀ ਸਾਡਾ ਜਿਹੜਾ ਓਰੀਐਂਟੇਸ਼ਨ ਪ੍ਰੋਗਰਾਮ ਚੱਲ ਰਿਹਾ, ਜਿਹੜੇ ਵਿਦਿਆਰਥੀ ਨਵੇਂ ਆਏ ਹੈਗੇ ਆ +2 ਕਰਨ ਤੋਂ ਬਾਅਦ, ਉਹਨਾਂ ਲਈ ਸਾਡਾ ਹੁਣ 50 ਦਿਨ ਦਾ ਓਰੀਐਂਟੇਸ਼ਨ ਪ੍ਰੋਗਰਾਮ ਚੱਲ ਰਿਹਾ ਹੈਗਾ, ਅਤੇ ਉਸ 'ਚ ਵੀ ਅਸੀਂ ਬੱਚਿਆਂ ਨੂੰ ਪੂਰਾ ਟ੍ਰੇਨ ਕਰ ਰਹੇ ਹੈਗੇ ਆ। ਅਤੇ ਆਨਲਾਈਨ ਐਜੂਕੇਸ਼ਨ ਹੀ, ਕਿਉਂਕਿ ਇਸ ਵਕਤ ਫਿਜ਼ੀਕਲ ਕੰਟੈਕਟ ਨਹੀਂ ਹੋ ਸਕਦਾ, ਤਾਂ ਆਨਲਾਈਨ ਐਜੂਕੇਸ਼ਨ ਇੱਕ ਸਾਡੇ ਕੋਲ ਮੁਹੱਈਆ ਹੈਗਾ। ਅਸੀਂ ਬੱਚਿਆਂ ਨੂੰ ਇਹ ਕਹਾਂਗੇ, ਪੇਰੈਂਟਸ ਨੂੰ ਵੀ ਕਹਾਂਗੇ ਕਿ ਇਸ ਸਮੇਂ ਦਾ ਉਹ ਪੂਰਾ ਫਾਇਦਾ ਉਠਾਉਣ, ਔਰ ਅਸੀਂ ਜੋ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹੈਗੀਆਂ, ਔਰ ਬੜਾ ਵੈਲਿਊਬਲ ਅਸੀਂ ਜਿਹੜਾ ਮਟੀਰੀਅਲ ਅਸੀਂ ਦੇ ਰਹੇ ਹਾਂ, ਬੜਾ ਰਿਸਰਚਡ ਮਟੀਰੀਅਲ ਹੈ, ਔਰ ਅਸੀਂ ਬੜਾ ਉਸ ਦੀ ਜਿਹੜੀ ਚੋਣ ਕੀਤੀ ਹੈ ਮਟੀਰੀਅਲ ਦੀ, ਔਰ ਜਿਸ ਤਰ੍ਹਾਂ ਅਸੀਂ ਲੈਕਚਰ ਡਿਲੀਵਰ ਕਰਦੇ ਹਾਂ, ਉਹਦੇ ਪਿੱਛੇ ਬੜੀ ਸਾਡੀ ਥਿੰਕਿੰਗ ਹੁੰਦੀ ਹੈਗੀ ਹੈ। ਉਸ ਨੂੰ ਉਹ ਚੰਗੀ ਤਰ੍ਹਾਂ ਉਸ ਨੂੰ ਪੜ੍ਹਨ, ਉਹਨੂੰ ਅਟੈਂਡ ਕਰਨ, ਉਸ ਤੋਂ ਬਾਅਦ ਉਹਨੂੰ ਐਨਾਲਾਈਜ਼ ਕਰਨ। ਅਸੀਂ ਇਹਨਾਂ ਨੂੰ ਪਲੇਟਫਾਰਮ ਪ੍ਰੋਵਾਈਡ ਕਰਦੇ ਹਾਂ ਕਿ ਟੀਚਰਸ ਦੇ ਨਾਲ ਉਸ ਤੋਂ ਕਲਾਸ ਤੋਂ ਬਾਅਦ ਵੀ ਜਿਹੜਾ ਹੈਗਾ ਉਹ ਇੰਟਰੈਕਸ਼ਨ ਕਰ ਸਕਣ, ਉਹਨਾਂ ਦੀਆਂ ਕੋਈ ਪ੍ਰੋਬਲਮਸ ਹੁੰਦੀਆਂ ਤਾਂ ਅਸੀਂ ਉਹਨਾਂ ਪ੍ਰੋਬਲਮਸ ਦਾ ਹੱਲ ਕਰ ਸਕੀਏ। ਸੋ ਵੇਲਾ ਹੈ ਜੀ ਇਸ ਵਕਤ ਅਜਿਹੇ ਮੌਕਿਆਂ ਨੂੰ ਜਿਹੜਾ ਕਿ ਹੱਥੋਂ ਨਹੀਂ ਜਾਣ ਦੇਣਾ, ਮੌਕਿਆਂ ਦਾ ਸਹੀ ਉਪਯੋਗ ਕੀਤਾ ਜਾਵੇ, ਆਪਣੇ ਸਮੇਂ ਦਾ ਸਹੀ ਉਪਯੋਗ ਕੀਤਾ ਜਾਵੇ, ਤੁਹਾਡਾ ਜੋ ਭਵਿੱਖ ਹੈ ਇਸ ਵਕਤ ਜਿਹੜਾ ਬਚ ਸਕੇ ਅਤੇ ਹੋਰ ਸੁਨਹਿਰਾ ਹੋ ਸਕੇ।